ਸਾਡੇ ਨਾਲ ਨੇ, ਉਹਨਾਂ ਨਾਲ ਆਪਾਂ ਕੋਈ 5-7 ਮਿੰਟ ਗੱਲਬਾਤ ਕਰਾਂਗੇ। ਭੈਣ ਜੀ ਸਤਿ ਸ਼੍ਰੀ ਅਕਾਲ ਜੀ, ਜੀ ਆਇਆਂ ਨੂੰ, ਵੈਲਕਮ ਟੂ ਟੋਰਾਂਟੋ। ਸਤਿ ਸ਼੍ਰੀ ਅਕਾਲ ਜੀ, ਬਹੁਤ ਮਿਹਰਬਾਨੀ। ਮਾਫੀ ਚਾਹੁੰਦੇ ਹਾਂ, ਕੱਲ ਤੁਹਾਡੇ ਨਾਲ ਆਪਾਂ ਟੀਵੀ ਤੇ ਗੱਲ ਕਰਨੀ ਸੀ, ਸੋ ਸਾਡਾ ਕੋਈ ਟਾਈਮ ਤੇ ਐਡਜਸਟਮੈਂਟ ਨਾ ਹੋਣ ਕਰਕੇ ਆਪਾਂ ਨਹੀਂ ਕਰ ਸਕੇ, ਸੋ ਆਪਾਂ ਰੇਡੀਓ ਤੇ ਤੁਹਾਡੇ ਨਾਲ ਇਸ ਵਕਤ ਗੱਲ ਕਰ ਰਹੇ ਹਾਂ। ਪਹਿਲਾ ਮੇਰਾ ਤੁਹਾਨੂੰ ਸਵਾਲ ਹੈ, ਜਿਸ ਤਰ੍ਹਾਂ ਮੈਂ ਅਨਾਊਂਸ ਕੀਤਾ ਹੈ ਕਿ ਤੁਹਾਨੂੰ ਰੀਸੈਂਟਲੀ ਸ਼੍ਰੋਮਣੀ ਅਕਾਲੀ ਦਲ ਇਸਤਰੀ ਵਿੰਗ ਦਾ ਜਨਰਲ ਸਕੱਤਰ ਦਾ ਅਹੁਦਾ ਮਿਲਿਆ ਸੀਗਾ, ਤੁਸੀਂ ਉਸ ਨੂੰ ਲੈਣ ਲਈ ਨਾ ਕਰ ਦਿੱਤਾ ਹੈ ਔਰ ਕਾਫੀ ਕੁਝ ਤੁਸੀਂ ਕਿਹਾ ਵੀ ਹੈ, ਇਹਦਾ ਵੱਡਾ ਕਾਰਨ ਕੀ ਹੈ ਨਾ ਲੈਣ ਦਾ? ਇਹ ਤਾਂ ਮੈਂ ਜਿਹੜੀ ਆਪਣੇ ਫੇਸਬੁੱਕ ਦੇ ਉੱਪਰ ਵੀ ਇਹਦਾ ਸਟੇਟਸ ਇਹੀ ਪਾਇਆ ਸੀ ਕਿ ਸ਼੍ਰੋਮਣੀ ਅਕਾਲੀ ਦਲ ਨੇ ਅਗਰ ਲਿਸਟ ਇੱਕ ਜਾਰੀ ਕੀਤੀ ਜਿਹਦੇ ਵਿੱਚ ਪਹਿਲਾ ਨਾਂ ਮੇਰਾ ਸੀ ਬਤੌਰ ਜਨਰਲ ਸਕੱਤਰ ਤੇ ਦੂਸਰਾ ਨਾਂ ਫਰਜ਼ਾਨਾ ਆਲਮ ਦਾ, ਤੇ ਮੇਰਾ ਉੱਥੇ ਹੀ ਨਜ਼ਰ ਰੁਕ ਗਈ ਕਿ ਮੈਨੂੰ ਯਾਦ ਆਇਆ ਕਿ ਫਰਜ਼ਾਨਾ ਆਲਮ ਉਹੀ ਹੈ ਜਿਹੜੀ ਕਿ ਇਜ਼ਹਾਰ ਆਲਮ ਦੀ ਪਤਨੀ ਹੈ, ਔਰ ਉਹਦਾ ਅਕਾਲੀ ਦਲ ਦੇ ਵਿੱਚ ਆਉਣ ਦਾ ਸਿਰਫ ਇੱਕੋ ਰੀਜ਼ਨ ਹੈ ਕਿ ਇਜ਼ਹਾਰ ਆਲਮ ਨੂੰ ਜਦੋਂ MLA ਦੀ ਟਿਕਟ ਦੇਣੀ ਸੀ ਉਹ ਨਹੀਂ ਮਿਲ ਸਕੀ ਤੇ ਉਹਦੀ ਜਗ੍ਹਾ ਉਹਦੀ ਵਾਈਫ ਨੂੰ ਦਿੱਤੀ ਗਈ ਤੇ ਉਹਨੂੰ ਅਕਾਲੀ ਸਰਕਾਰ ਦੇ ਵਿੱਚ ਪਾਰਲੀਮੈਂਟਰੀ ਸੈਕਟਰੀ ਵੀ ਬਣਾਇਆ ਗਿਆ। ਔਰ ਉਸ ਵਕਤ ਵੀ ਮੈਂ ਇਸ ਦਾ ਇਤਰਾਜ਼ ਕੀਤਾ ਸੀ, ਜ਼ਾਹਰ ਕੀਤਾ ਸੀ, ਪਰ ਉਸ ਵੇਲੇ ਨਾ ਕਿਸੇ ਨੇ ਗੌਲਿਆ ਤੇ ਨਾ ਕਿਸੇ ਨੇ ਇਹਨੂੰ ਕੋਈ ਅਟੈਂਸ਼ਨ ਦਿੱਤੀ, ਇਸ ਮਸਲੇ ਦੇ ਉੱਪਰ ਕਿਸੇ ਨੇ ਕਮੈਂਟ ਹੀ ਨਹੀਂ ਕੀਤਾ। ਹੁਣ ਜਦੋਂ ਦੁਬਾਰਾ ਇਹੀ ਗੱਲ ਹੋਈ ਹੈ ਤੇ ਮੇਰਾ ਤਾਂ ਉਹੀ ਪੁਰਾਣਾ ਸਟੈਂਡ ਹੈ ਕਿ ਜਿਹੜਾ ਵਿਅਕਤੀ, ਮੈਨੂੰ ਯਾਦ ਹੈ ਕਿ 87-88 ਵਿੱਚ SSP ਅੰਮ੍ਰਿਤਸਰ ਹੁੰਦਾ ਸੀ, ਉਸ ਵਕਤ ਇਹਨੇ ਇੱਕ ਆਲਮ ਸੇਨਾ ਬਣਾਈ ਸੀ ਜਿਹਨੇ ਸ਼ੁਰੂਆਤ ਕੀਤੀ ਸੀ ਕਿ ਪੁਲਿਸ ਦੇ ਕੈਟ ਕਿਸ ਤਰ੍ਹਾਂ ਸਿੱਖ ਨੌਜਵਾਨਾਂ ਨੂੰ ਟਾਰਗੇਟ ਕਰਕੇ ਉਹਨਾਂ ਨੂੰ ਐਲੀਮੀਨੇਟ ਕਰਦੇ ਸੀ, ਆਪਣੇ ਘਰਾਂ ਤੋਂ ਉਹਨਾਂ ਨੂੰ ਗਾਇਬ ਕਰ ਦਿੰਦੇ ਸੀ। ਪਤਾ ਹੀ ਹੈ ਤੁਹਾਨੂੰ ਜਿਹੜਾ ਜੋ ਹੰਡਾਇਆ ਸੀ ਕੌਮ ਨੇ ਔਰ ਜੋ ਕੁਝ ਹੋਇਆ ਸਾਡੇ ਨਾਲ। ਅੱਜ ਉਹ ਬੰਦਾ ਜਿਹਦੇ ਉੱਪਰ ਆਲਮ ਸੇਨਾ ਬਣਾਉਣ ਦਾ, ਜਿਹਦੇ ਉੱਪਰ ਸਿੱਖ ਬੱਚਿਆਂ ਨੂੰ ਲਾਪਤਾ ਕਰਨ, ਤਸ਼ੱਦਦ ਕਰਨ ਦਾ ਇਲਜ਼ਾਮ ਹੋਵੇ ਤੇ ਉਹ ਕਵੇ ਕਿ ਜੀ ਮੈਂ ਹੁਣ ਪੰਥਕ ਪਾਰਟੀ ਦਾ ਮੈਂਬਰ ਹੋ ਗਿਆ ਤੇ ਜੀ ਇਹ ਗੱਲ ਜਰਾ ਨਾ ਮੇਰੇ ਲਈ ਹਜ਼ਮ ਕਰਨੀ ਔਖੀ ਹੈ। ਠੀਕ ਹੈ, ਜਿਨ੍ਹਾਂ ਦੀਆਂ ਸਿਆਸੀ ਮਜਬੂਰੀਆਂ ਜਾਂ ਜਿਨ੍ਹਾਂ ਦੀ ਸਿਆਸੀ ਲੋੜ ਹੈ ਜਾਂ ਸਮਝਦੇ ਨੇ ਕਿ ਇਹਦੀ ਜ਼ਰੂਰਤ ਹੈ, ਤੇ ਮੈਂ ਕਿਹਾ ਜੀ ਤੁਹਾਡੇ ਫੈਸਲੇ ਤੁਹਾਨੂੰ ਮੁਬਾਰਕ, ਪਰ ਮੈਂ ਇਸ ਵਿੱਚ ਸ਼ਾਮਲ ਨਹੀਂ ਹੋ ਸਕਦੀ। ਮੈਂ ਇਸ ਫੈਸਲੇ ਤੋਂ ਆਪਣੇ ਆਪ ਨੂੰ ਅਲੱਗ ਕਰਨਾ ਬਿਹਤਰ ਸਮਝਿਆ। ਭੈਣ ਜੀ ਮੇਰਾ ਸਵਾਲ ਇਹਦੇ ਨਾਲ ਜੁੜਦਾ, ਇੱਕ ਵਾਰੀ ਸਾਰੇ ਮੈਂ ਦਰਸ਼ਕਾਂ ਨੂੰ ਫਿਰ ਦੱਸਦਾ, ਅੰਮ੍ਰਿਤਸਰ ਤੋਂ SGPC ਮੈਂਬਰ, ਸਾਬਕਾ ਐਗਜ਼ੈਕਟਿਵ ਕਮੇਟੀ ਦੇ ਮੈਂਬਰ ਵੀ ਰਹੇ ਨੇ SGPC ਦੇ, ਬੀਬੀ ਕਿਰਨਜੋਤ ਕੌਰ ਸਾਡੇ ਨਾਲ ਨੇ। ਤੁਹਾਡੇ ਕੋਲ ਟੈਕਸਟ ਮੈਸੇਜ ਰਾਹੀਂ ਸਾਨੂੰ ਸਵਾਲ ਆ ਸਕਦੇ ਆ, ਮੈਂ ਕਾਲ ਕੋਈ ਇੱਥੇ ਨਹੀਂ ਲਊਂਗਾ। ਮੇਰੇ ਸੈੱਲ ਤੇ ਪਲੀਜ਼ ਇਸ ਟਾਈਮ ਤੁਸੀਂ ਨਾ ਕਾਲ ਕਰੋ, ਸਟੂਡੀਓ 'ਚ ਕਾਲ ਕਰ ਲਓ, ਤੁਹਾਡੀ ਕਾਲ ਅਸੀਂ ਹੋਲਡ ਕਰ ਲੈਂਦੇ ਹਾਂ, ਬਾਅਦ 'ਚ ਅਸੀਂ ਲੈ ਲਾਂਗੇ। ਬੀਬੀ ਕਿਰਨਜੋਤ ਕੌਰ ਜੀ, ਤੁਸੀਂ ਉਸ ਟਾਈਮ ਫਿਰ ਕੋਈ ਵੱਡਾ ਸਟੈਂਡ ਕਿਉਂ ਨਹੀਂ ਲਿਆ? ਕਿਉਂਕਿ ਤੁਸੀਂ ਲੰਮੇ ਸਮੇਂ 'ਚ ਸਿਆਸਤ ਦੇ ਵਿੱਚ ਔਰ ਮਾਸਟਰ ਤਾਰਾ ਸਿੰਘ ਵੱਡੀ ਵਿਰਾਸਤ ਦੇ ਨਾਲ ਤੁਸੀਂ ਜੁੜੇ ਹੋ ਔਰ ਤੁਸੀਂ ਇੱਕ ਯੋਗ ਅਗਵਾਈ ਦੇ ਸਕਦੇ ਸੀਗੇ ਉਸ ਟਾਈਮ ਵੀ ਜਦੋਂ ਇਜ਼ਹਾਰ ਆਲਮ ਨੂੰ ਸ਼੍ਰੋਮਣੀ ਅਕਾਲੀ ਦਲ ਵੱਲੋਂ ਟਿਕਟ ਆਫਰ ਕੀਤੀ ਗਈ ਹੈ। ਸੋ ਤੁਹਾਨੂੰ ਲੱਗਦਾ ਨਹੀਂ ਹੈ ਕਿ ਇਹਦੇ ਵਿੱਚ ਵੱਡਾ ਵਿਰੋਧ ਤੁਹਾਨੂੰ ਜਿਤਾਉਣਾ ਚਾਹੀਦਾ? ਤੁਸੀਂ ਕਿਹਾ ਮੇਰੀ ਗੱਲ ਨੂੰ ਗੌਲਿਆ ਨਹੀਂ ਗਿਆ, ਪਰ ਜਿਸ ਤਰ੍ਹਾਂ ਦਾ ਸਟੈਂਡ ਤੁਸੀਂ ਹੁਣ ਲਿਆ, ਇਸ ਤਰ੍ਹਾਂ ਦਾ ਤੁਸੀਂ ਉਦੋਂ ਨਹੀਂ ਸੀ ਲਿਆ ਜਦੋਂ ਉਸਨੂੰ MLA ਦੀ ਟਿਕਟ ਆਫਰ ਕੀਤੀ ਗਈ ਸੀ ਉਸਦੇ ਪਤੀ ਨੂੰ। ਨਹੀਂ, ਉਹ ਫਿਰ ਤੁਹਾਨੂੰ ਯਾਦ ਹੋਵੇਗਾ ਕਿ ਇਹ ਗੱਲ ਜਦੋਂ ਮੈਂ ਕੀਤੀ ਸੀ ਉਸ ਵੇਲੇ ਮੀਡੀਆ ਨੇ ਵੀ ਨਹੀਂ ਇਹ ਗੱਲ ਨੂੰ ਅਟੈਂਸ਼ਨ ਦਿੱਤੀ ਸੀ। ਸਿਰਫ ਪੋਲੀਟੀਕਲ ਲੀਡਰਸ਼ਿਪ ਨਹੀਂ, ਸਿਰਫ ਅਕਾਲੀ ਦਲ ਨਹੀਂ, ਈਵਨ ਮੀਡੀਆ ਜਿਹੜਾ ਸੀ ਇਸ ਪ੍ਰਤੀ ਬਿਲਕੁਲ ਚੁੱਪ ਸੀ। ਔਰ ਮੇਰੀ ਉਸ ਸਮੇਂ ਦੀ ਵੀ ਤੁਸੀਂ ਫੇਸਬੁੱਕ ਅਕਾਊਂਟ ਖੋਲ ਕੇ ਤੇ ਦੇਖ ਸਕਦੇ ਹੋ ਕਿ ਮੈਂ ਉਸ ਵਕਤ ਵੀ ਇਹ ਗੱਲ ਜਿਹੜੀ ਹੈ ਪਬਲਿਕ ਕੀਤੀ ਸੀ ਕਿ ਵੀ ਇਹ ਜਿਹੜਾ ਫੈਸਲਾ ਹੈ ਇਹ ਗਲਤ ਹੈ। ਜੀ ਅੱਛਾ, ਮੈਂ ਤੁਹਾਡਾ ਵਿਊ ਪੁਆਇੰਟ ਨਹੀਂ ਹੁੰਦਾ ਕਿ ਹਰ ਵੇਲੇ ਬੰਦੇ ਦੀ ਸੁਣਵਾਈ ਹੋ ਜਾਂਦੀ ਹੈ। ਮੇਰਾ ਕਿਸ ਮੁੱਦੇ ਤੇ ਕੀ ਸੋਚ ਹੈ ਉਹ ਜ਼ਾਹਰ ਕਰਨੀ ਸਮੇਂ ਸਿਰ ਜ਼ਰੂਰੀ ਹੈ ਔਰ ਮੈਂ ਸਮੇਂ ਸਿਰ ਉਹ ਜ਼ਾਹਰ ਕੀਤੀ ਹੈ। ਭੈਣ ਜੀ, ਮੈਂ ਤੁਹਾਡੀ ਟਿੱਪਣੀ ਲੈਣਾ ਚਾਹੂੰਗਾ ਕਿ ਇਸ ਵਕਤ ਪਰ ਜਿਹੜਾ ਸ਼੍ਰੋਮਣੀ ਅਕਾਲੀ ਦਲ ਬਾਦਲ ਆ, ਇੱਕ ਪਰਿਵਾਰ ਦੇ ਲੰਮਾ ਸਮਾਂ ਉਸ ਤੇ ਉਸਦਾ ਕਬਜ਼ਾ ਹੈ ਸ਼੍ਰੋਮਣੀ ਅਕਾਲੀ ਦਲ ਦਾ, ਇਹ ਹੁਣ ਇੱਕ ਪੰਥਕ ਪਾਰਟੀ ਹੈ, ਪੰਥਕ ਅਕਾਲੀ ਦਲ ਬਾਦਲ ਹੈ ਕਿ ਇੱਕ ਪੰਜਾਬੀ ਪਾਰਟੀ ਹੈ ਤੁਹਾਡੇ ਹਿਸਾਬ ਨਾਲ? ਪਾਰਟੀ ਤਾਂ ਅਕਾਲੀ ਦਲ ਨੇ ਆਪਣੇ ਆਪ ਨੂੰ ਆਪਣੀ 75ਵੀਂ ਵਰ੍ਹੇਗੰਢ ਤੇ ਅਨਾਊਂਸ ਕਰ ਦਿੱਤਾ ਸੀ, ਉਹਦੇ ਵਿੱਚ ਤਾਂ ਕੋਈ ਦੋਚਿੱਤੀ ਰਹੀ ਨਹੀਂ ਸੀ ਗਈ। ਜਦੋਂ ਸੈਕੂਲਰ ਪਾਰਟੀ ਬਣ ਗਈ, ਪੰਥਕ ਪਾਰਟੀ ਨਹੀਂ ਰਹੀ ਤੇ ਉਹ ਆਪਣੇ ਆਪ ਪੰਜਾਬੀ ਪਾਰਟੀ ਹੋ ਗਈ। ਫਿਰ ਰੀਸੈਂਟਲੀ ਪਬਲਿਕ ਅਨਾਊਂਸਮੈਂਟ ਸੀ।
ਮੋਗਾ ਕਨਵੈਨਸ਼ਨ ਦੀ। ਜੀ ਮੈਨੂੰ ਯਾਦ ਹੈ ਬਿਲਕੁਲ। ਪਰ ਭੈਣ ਜੀ ਮੈਂ ਫਿਰ ਇੱਥੇ ਇਹ ਸਵਾਲ ਇਹ ਬਣਦਾ ਕਿ ਰੀਸੈਂਟਲੀ ਕਿਸਾਨ ਅੰਦੋਲਨ ਦੇ ਵਿੱਚ ਉਹਨਾਂ ਨੇ, ਕਿਉਂਕਿ ਨਰੋਲ ਇੱਕ ਕਿਸਾਨ ਅੰਦੋਲਨ ਸੀਗਾ, ਇਹਦਾ ਪੰਥ ਨਾਲ ਧਰਮ ਨਾਲ ਕੋਈ ਲੈਣ ਦੇਣ ਨਹੀਂ ਸੀ। ਫਿਰ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ 3 ਤਖਤ ਸਾਹਿਬਾਨ ਤੋਂ ਰੈਲੀਆਂ ਕਿਉਂ ਕੱਢੀਆਂ? ਉਸ ਨੂੰ ਇੱਕ ਪੰਥ ਨਾਲ ਜੋੜਨ ਦੀ ਉਹਨਾਂ ਨੇ ਕੋਸ਼ਿਸ਼ ਕੀਤੀ ਸੀ। ਜੇ ਇਹਦੇ ਤੇ ਤੁਸੀਂ ਆਪਣੀ ਟਿੱਪਣੀ ਦੇਣੀ ਚਾਹੋ ਤਾਂ। मैं ऐसे तरह से कमेंट नहीं करना चाहती, पर मैं एक गल कहना चाहती हूँ कि जो किसान मुद्दा है ये निरोल पंथक मुद्दा नहीं है, क्योंकि हर किसान है सिख नहीं है ते हर सिख किसान नहीं है जी। बिल्कुल। तो असी इनू एक पंथक मुद्दा नहीं समझ सकते। सो हुण तुसी इस वक्त की महसूस कर रहे हो? तुसी अज़ाल आलम की वाइफ रजाना आलम ने अहुदा स्वीकार कर लिया, तुसी इस पे इनकार कर दिता, मैं नहीं लेना, कि तुसी होर सिख बीबियां जां पंथक लोकां नूं इहदे लई लामबंद कर लई कोई संघर्ष विढ़ना चाहुंदे हो कि श्रोमणी अकाली दल इहो ਜਿਹੇ ਲੋਕਾਂ ਨੂੰ ਆਪਣੇ ਪਾਰਟੀ ਦੇ ਵਿੱਚ ਸ਼ਾਮਲ ਕਰ ਰਿਹਾ ਜਿਹਦੇ ਵਿੱਚ ਇੱਕ ਆਮ ਸਿੱਖ ਜਾਂ ਆਮ ਪੰਥਕ ਸੋਚ ਰੱਖਣ ਵਾਲਾ ਦਾ ਰਹਿਣਾ ਮੁਸ਼ਕਲ ਹੈ? ਤੁਸੀਂ ਇਦਾਂ ਦਾ ਕੁਝ ਆਉਣ ਵਾਲੇ ਸਮੇਂ 'ਚ ਕਰਨ ਜਾ ਰਹੇ ਹੋ? देखो कल एक इज़हार आलम की वाइफ नहीं हैगी, बड़े ਇਹੋ ਜਿਹੇ ਲੋਕ ਹਨ, ਕਈ ਇਹੋ ਜਿਹੇ ਲੋਕ ਹਨ ਜਿਨ੍ਹਾਂ ਨੇ ਵਿਸ਼ੇਸ਼ ਧਾਰਮਿਕ ਲਿਬਾਸ ਪਾਏ ਹੋਏ, ਉਹਨਾਂ ਦੇ ਵਿੱਚ ਵੀ ਪੰਥ ਦੋਖੀ ਹੈਗੇ ਨੇ। ਇਹ ਇੱਕ ਬੰਦੇ ਦੇ ਨਾਲ ਜੁੜੀ ਕਹਾਣੀ ਨਹੀਂ ਹੈ, ਬਹੁਤ ਕੁਝ ਹੈਗਾ। ਸੋ ਇਹਦੇ ਬਾਰੇ ਜ਼ਿਆਦਾ ਵਿਸਥਾਰ ਨਾਲ ਇਸ ਵੇਲੇ ਕੋਈ ਗੱਲ ਕਰਨ ਦਾ ਟਾਈਮ ਵੀ ਨਹੀਂ ਹੈਗਾ, ਔਰ ਮੈਂ ਕਰਨਾ ਵੀ ਨਹੀਂ ਚਾਹਦੀ ਸੀ। अगला सवाल भी मेरा लंबे समय लिया, क्योंकि अजे कोई पता नहीं है कि इंडिया गवर्नमेंट जी कदों SGPC की इलैक्शन कराउंदी है। सपोज करो विद इन 1 ईयर इलैक्शन अनाउंस हुंदी आ, तुसी श्रोमणी अकाली दल के झंडे थल्ले ही उन्हां दे जिहड़ी टिकट ही SGPC की चोण लड़ोगे कि तुसी इहदे लई कोई नवां फैसला लै सकदे हो? देखो श्रोमणी कमेटी की इलैक्शन जदों आएगी उस वक्त दे हालात पता लगणगे, पर एक गल मैं क्लीयर करना चाहनी है कि श्रोमणी कमेटी की इलैक्शन सिखां की इलैक्शन है। इहदा वोटर भी सिख हुंदा है, इहदा कैंडीडेट भी सिख हुंदा है। इसलिए ये जिहड़ी है पार्टीबाजी तो उपर उठ लड़न वाली इलैक्शन है। और इस इलैक्शन तो बाद अगर तुसी श्रोमणी कमेटी मैंबर बन जाते हो, तुहानू कोई मायक फायदा या कोई तुहानू फैसिलिटीज, कोई तनख्वाह कार कुछ नहीं मिलता। ये केवल एक सेवा हुंदी है, और उस सेवा दे विच आने वास्ते तुहाडे लई पहले एजेंडा होना जरूरी है। सो जिहड़ा हम ख्याल होएगा ओनू ज्वाइन करांगे, देखांगे आने वाले समय एजेंडा किदा की है, क्योंकि ये व्यक्तियों नाल जुड़ी इलैक्शन नहीं है, एक कौमी मुद्दों नाल जुड़ी इलैक्शन है। फिर किरणजोत कौर जी, किसी परिवार का लंबे समय तो कब्जा है श्रोमणी अकाली दल के उपर भी ते SGPC के उपर भी। काफी सारे जिहड़े सुहिरद सिख ने वो लामबंद भी ने, कोशिश भी कर रहे हैं, पर अज भी जिहड़े सियासी माहर ने, जिहड़े वड्डे TV चैनल ने, उन्होंने भी पूछ लिया जाए तो कहते हैं कि बादल परिवार का गलबा SGPC तो टुटना बड़ा मुश्किल है। इहदे ते जे तुसीं अपनी कोई टिप्पणी देनी चाहो तां। देखो इलैक्शन प्रोसेस दे विच एक तां गल बहुत स्पष्ट है कि हर कैंडीडेट ने जिहड़ा ओदी लोकल कॉन्स्टिट्यूएंसी है ओदियां वोटां लैणियां। अगर लोग श्रोमणी अकाली दल बादल दे नाल हन ते तुसीं उस विच की कर सकदे हो, और अगर
ਦੇ ਨਾਲ ਤੇ ਤੁਸੀਂ ਉਸ ਵਿੱਚ ਕੀ ਕਰ ਸਕਦੇ ਹੋ ਔਰ ਅਗਰ ਅਕਾਲੀ ਦਲ ਬਾਦਲ ਦੇ ਨਾਲ ਤੇ ਤੁਸੀਂ ਉਸ ਵਿੱਚ ਕੀ ਕਰ ਸਕਦੇ ਹੋ ਔਰ ਅਗਰ ਬਾਅਦ ਹੀ ਸਾਹਮਣੇ ਆਏਗੀ। ਅੱਛਾ ਭੈਣ ਜੀ, ਹੋਰ ਸਵਾਲ ਜੋ ਸਿੱਖ ਚਾਹੁੰਦੇ ਹਨ ਜੀ, ਇੱਕ ਹੋਰ ਸਵਾਲ ਖੜਾ ਕਰਦੇ ਨੇ ਬਾਹਰਲੇ ਕੰਟਰੀਆਂ 'ਚ ਬੈਠੇ ਲੋਕ, ਇੰਡੀਆ 'ਚ ਕਰਦੇ ਕਿ ਨਹੀਂ ਕਰਦੇ ਮੈਨੂੰ ਪਤਾ ਨਹੀਂ ਆ, ਕਿ ਕਿਸੇ ਵੀ ਧਰਮ ਦੀ ਜਿਹੜੀ ਕੋਈ ਪੋਲੀਟੀਕਲ ਆਰਗੇਨਾਈਜੇਸ਼ਨ ਹੈ ਜਿਸ ਤਰ੍ਹਾਂ ਸ਼੍ਰੋਮਣੀ ਕਮੇਟੀ ਆ, ਇਸ ਦੀ ਇਲੈਕਸ਼ਨ ਜਿਹੜਾ ਭਾਰਤ ਦਾ ਸੈਂਟਰ ਸਰਕਾਰ ਕਰਾਉਂਦਾ ਹੈ, ਉਸ ਨੇ ਹੀ ਅਨਾਊਂਸਮੈਂਟ ਕਰਨੀ ਹੁੰਦੀ ਹੈ ਇਲੈਕਸ਼ਨ ਕਮਿਸ਼ਨ ਨੂੰ ਕਹਿ ਕੇ ਕਿ ਆਹ ਟਾਈਮ ਜਿਹੜਾ ਪ੍ਰੋਪੇਬਲ ਹੈ ਉਦੋਂ ਕਰ ਲਈ ਜਾਵੇ। ਬਾਕੀ ਜਿੰਨੇ ਵੀ ਧਰਮ ਨੇ ਭਾਰਤ ਦੇ ਵਿੱਚ, ਉਹਨਾਂ ਦੀ ਕਿਸੇ ਵੀ ਧਾਰਮਿਕ ਆਰਗੇਨਾਈਜੇਸ਼ਨ ਤੇ ਸਰਕਾਰ ਜਿਹੜੀ ਆ ਉਹਦਾ ਕੋਈ ਕੰਟਰੋਲ ਨਹੀਂ ਆ ਇਲੈਕਸ਼ਨ 'ਚ, ਕੱਲੀ ਸਿੱਖ ਧਰਮ ਦੇ ਉੱਪਰ ਹੀ ਆ। ਇਹਦੇ ਤੇ ਕੋਈ ਸਿੱਖ ਜਾਂ ਤੁਸੀਂ ਵਿਚਾਰ ਕਰਦੇ ਹੋ ਕਿ ਇਸ ਨੂੰ ਇੰਡੀਪੈਂਡੈਂਟ ਕਰਾਇਆ ਜਾਵੇ, ਸੈਂਟਰ ਗਵਰਨਮੈਂਟ ਦੇ ਥੱਲੇ ਉਸ ਨੂੰ ਬਾਹਰ ਕੱਢਿਆ ਜਾਵੇ? ਦੇਖੋ, ਜਿਹੜੀ ਸਰਕਾਰ ਹੁੰਦੀ ਹੈ, ਸਰਕਾਰ ਸਾਡੇ ਟੈਕਸ ਪੇਅਰ ਦੇ ਪੈਸਿਆਂ ਤੋਂ ਖਰਚੇ ਕਰਦੀ ਹੈ, ਪ੍ਰਬੰਧ ਕਰਦੀ ਹੈ।
ਸ਼੍ਰੋਮਣੀ ਕਮੇਟੀ ਜਿਹੜੀ ਹੈ ਉਹ ਇੱਕ ਸਿੱਖ ਗੁਰਦੁਆਰਾ ਐਕਟ 1925 ਜਿਹੜਾ ਕਿ ਪਾਰਟੀਸ਼ਨ ਤੋਂ ਪਹਿਲੇ ਦਾ ਵੱਡੇ ਪੰਜਾਬ ਦਾ ਮਹਾ ਪੰਜਾਬ ਦਾ ਐਕਟ ਹੈ, ਉਹਦੇ ਅਧੀਨ ਇਹਦਾ ਇੱਕ ਸਿਸਟਮ ਤਿਆਰ ਕੀਤਾ ਗਿਆ ਕਿ ਇਹਦੀ ਇਲੈਕਸ਼ਨ ਕਦੋਂ ਹੋਏਗੀ, ਕਿੰਨੇ ਸਮੇਂ ਬਾਅਦ ਹੋਏਗੀ, ਮੈਂਬਰ ਜਿਹੜੇ ਕੈਂਡੀਡੇਟ ਹੋਣਗੇ ਉਹਨਾਂ ਦੀ ਐਲੀਜੀਬਿਲਿਟੀ ਕੀ ਹੋਏਗੀ, ਵੋਟਰ ਕੌਣ ਹੋਏਗਾ ਉਹਦੀ ਐਲੀਜੀਬਿਲਿਟੀ ਕੀ ਹੋਏਗੀ, ਇਹ ਸਾਰਾ ਕੁਝ ਉਸ ਐਕਟ ਵਿੱਚ ਲਿਖਿਆ ਹੋਇਆ ਹੈ। ਸਰਕਾਰ ਦਾ ਕੰਮ ਕੇਵਲ ਉਸ ਐਕਟ ਅਨੁਸਾਰ ਇਸ ਇਲੈਕਸ਼ਨ ਨੂੰ ਫੈਸਿਲਿਟੇਟ ਕਰਨਾ ਹੈ। ਜੀ ਮੇਰਾ ਲਾਸਟ ਸਵਾਲ ਹੈ ਤੁਹਾਨੂੰ ਜੀ, ਤੁਸੀਂ ਇਸ ਮੇਰੇ ਸਵਾਲ ਤੇ ਕੁਝ ਕਹਿਣਾ ਚਾਹੁੰਦੇ ਹੋ? ਤੁਸੀਂ ਜਿਹੜੇ ਦੂਸਰੇ ਧਰਮਾਂ ਦੀ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਕਿ ਦੂਸਰੇ ਧਰਮਾਂ ਦੇ ਵਿੱਚ ਇਹੋ ਜਿਹਾ ਸਿਸਟਮ ਹੀ ਨਹੀਂ ਹੈਗਾ ਕਿ ਜਿਹੜਾ ਪੂਜਾ ਦਾ ਧਨ ਹੈ ਉਹ ਕੌਮ ਦੀ ਅਮਾਨਤ ਹੋਵੇ। ਅਗਰ ਤੁਸੀਂ ਮੰਦਿਰ ਵਿੱਚ ਦੇਖੋਗੇ ਤੇ ਉਹ ਜਿਹੜਾ ਪੁਜਾਰੀ ਹੈ ਉਹਦੀ ਪਰਸਨਲ ਪ੍ਰਾਪਰਟੀ ਹੁੰਦੀ ਹੈ। ਚਰਚ ਦਾ ਇੱਕ ਬੜਾ ਡਿਫਰੈਂਟ ਸਿਸਟਮ ਹੈਗਾ, ਜਿਹੜਾ ਮਸਜਿਦ ਹੈ ਉਹਦਾ ਅਲੱਗ ਸਿਸਟਮ ਹੈਗਾ। ਇਹ ਕੇਵਲ ਸਿੱਖ ਧਰਮ ਹੈ ਜਿਹਦੇ ਵਿੱਚ ਕਿ ਜਿਹੜਾ ਪੂਜਾ ਦਾ ਜਿਹੜਾ ਗੁਰੂ ਨੂੰ ਅਰਪਿਤ ਕੀਤਾ ਹੋਇਆ ਧਨ ਹੈ ਕਿਸੇ ਦੀ ਨਿੱਜੀ ਪਾਕਟ ਵਿੱਚ ਨਹੀਂ ਜਾਂਦਾ। ਸੋ ਇਹ ਡੈਮੋਕ੍ਰੈਟਿਕ ਸੈਟਅਪ ਹੈਗਾ। ਵੈਸੇ ਹੁਣ ਮੇਰਾ ਸਵਾਲ ਲੰਬਾ ਹੋ ਜਾਣਾ, ਆਪਾਂ ਇੰਟਰਵਿਊ ਨੂੰ ਲੰਬਾ ਨਹੀਂ ਕਰਨਾ ਕਿਉਂਕਿ ਇਸ ਤੇ ਵੀ ਬਹੁਤ ਵੱਡੇ ਸਵਾਲ ਖੜੇ ਹੁੰਦੇ ਆ ਕਿ ਐਸਜੀਪੀਸੀ ਦਾ ਜਿਹੜਾ ਧਨ ਹੈ ਉਸ ਦੀ ਦੁਰਵਰਤੋਂ ਹੁੰਦੀ ਹੈ ਕੁਛ ਇੱਕ ਖਾਸ ਪੋਲੀਟੀਕਲ ਪਾਰਟੀ ਲਈ। ਖੈਰ ਮੈਂ ਇਹ ਸਵਾਲ ਤੁਹਾਨੂੰ ਨਹੀਂ ਕਰਨਾ, ਮੈਂ ਨੈਕਸਟ ਟਾਈਮ ਕਰਾਂਗਾ। ਮੇਰਾ ਲਾਸਟ ਸਵਾਲ ਤੁਹਾਨੂੰ ਇਹ ਕਿ ਜਿਹੜੇ ਸਰੂਪ ਗਾਇਬ ਹੋਏ ਆ, ਲਗਾਤਾਰ ਕਾਫੀ ਸਾਰੇ ਸਿੱਖ ਇਸ ਤੇ ਮੰਗ ਵੀ ਕਰ ਰਹੇ ਆ ਕਿ ਇਹਦੀ ਨਿਰਪੱਖ ਜਿਹੜੀ ਜਾਂਚ ਹੋਣੀ ਚਾਹੀਦੀ ਹੈ। ਜਿਹੜੀ ਉਸ ਦੀ ਜਾਂਚ ਕੀਤੀ ਹੈ ਰੀਸੈਂਟਲੀ ਐਸਜੀਪੀਸੀ ਨੇ, ਤੁਸੀਂ ਉਸ ਤੋਂ ਸੰਤੁਸ਼ਟ ਹੋ? ਨਹੀਂ ਜੀ, ਕੋਈ ਉਹਦੀ ਲੌਜੀਕਲ ਕਨਕਲੂਜਨ ਨਹੀਂ ਹਾਲੇ ਹੋਈ। ਰਿਪੋਰਟ ਜ਼ਰੂਰ ਸਾਹਮਣੇ ਆਈ ਹੈ ਪਰ ਰਿਪੋਰਟ ਨੂੰ ਸਟੱਡੀ ਕਰਕੇ ਉਹਦੇ ਉੱਪਰ ਐਕਸ਼ਨ ਲੈਣ ਤੋਂ ਬਗੈਰ ਇਹ ਰਿਪੋਰਟ ਮੁਕੰਮਲ ਨਹੀਂ, ਅਧੂਰੀ ਹੈ। तो हाले मैनू लगता कि कार्रवाई पूरी नहीं हुई और ये कार्रवाई जी है जब तक क्लोजर से नहीं पहुंचती उदों तक यह मसला उत्थे दा उत्थे ही खड़ा है। तुसी इस दी लगातार मांग कर रहे हो कि इसकी फर्दर इन्वेस्टिगेशन होनी चाहिए? नहीं, इन्वेस्टिगेशन नहीं, असं ये मांग कर रहे हैं